ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਵਿਨੀਤ ਕਪੂਰ ਔਰ ਗੱਲ ਕਰ ਲੈਂਦੇ ਹਾਂ ਪੱਛਮੀ ਬੰਗਾਲ ਦੇ ਵਿੱਚ ਹੋਏ ਚੋਣਾਂ ਦੀ ਔਰ ਚੋਣਾਂ ਤੋਂ ਬਾਅਦ ਜਿਹੜੇ ਨਤੀਜੇ ਆਏ ਨੇ, ਜਿਸ ਦੇ ਵਿੱਚ ਭਾਜਪਾ ਖੇਮਾ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਬੈਕਫੁੱਟ ਤੇ ਜਾਂਦਾ ਹੋਇਆ ਨਜ਼ਰ ਆਇਆ। ਉੱਥੇ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਸੀ, ਲੇਕਿਨ ਮਮਤਾ ਬੈਨਰਜੀ ਔਰ ਉਹਨਾਂ ਦੀ ਪਾਰਟੀ ਨੇ ਭਾਜਪਾ ਦੇ ਮਨਸੂਬਾਂ ਤੇ ਪਾਣੀ ਫੇਰਨ ਦਾ ਕੰਮ ਕੀਤਾ। ਔਰ ਖਾਸ ਕਰਕੇ ਉਸ ਸਮਾਂ ਜਦੋਂ ਕਿਸਾਨੀ ਸੰਘਰਸ਼ ਜਾਰੀ ਹੈ ਔਰ ਕਿਸਾਨ ਜਿਹੜੇ ਨੇ ਬੰਗਾਲ ਦੇ ਵਿੱਚ ਜਾ ਕੇ ਬੀਜੇਪੀ ਦੇ ਵਿਰੁੱਧ ਪ੍ਰਚਾਰ ਕਰਦੇ ਨਜ਼ਰ ਆ ਰਹੇ ਸੀ। ਸਿੱਧੇ ਤੌਰ ਤੇ ਕਹਿ ਰਹੇ ਸੀ ਕਿ ਤੁਸੀਂ ਬੀਜੇਪੀ ਨੂੰ ਵੋਟ ਨਾ ਪਾਓ, ਤੁਸੀਂ ਉੱਥੋਂ ਦੀ ਕੋਈ ਵੀ ਰੀਜਨਲ ਪਾਰਟੀ ਹੋਏ ਉਸ ਨੂੰ ਵੋਟ ਪਾਓ। ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਸੀ। ਔਰ ਜਦੋਂ ਵੀ ਪੰਜਾਬ ਭਾਜਪਾ ਦੇ ਕਿਸੇ ਆਗੂ ਨਾਲ ਗੱਲ ਕਰਦੇ ਸੀ, ਉਹ ਵੀ ਹਿੱਕ ਠੋਕ ਕੇ ਦਾਅਵਾ ਕਰਦੇ ਸੀ ਕਿ ਉੱਥੇ ਸਾਡੀ ਸਰਕਾਰ ਬਣੂਗੀ। ਲੇਕਿਨ ਅੱਜ ਜਿਹੜੇ ਚੋਣ ਨਤੀਜੇ ਆਏ ਨੇ, ਇਸ ਨੂੰ ਲੈ ਕੇ ਹਰਜੀਤ ਗਰੇਵਾਲ ਸਾਡੇ ਨਾਲ ਨੇ, ਗੱਲਬਾਤ ਕਰਨੇ ਆ। ਗਰੇਵਾਲ ਸਾਹਿਬ, ਮਨਸੂਬੇ ਪਾਣੀ ਹੋ ਗਏ, ਬੰਗਾਲ ਦੀ ਜਨਤਾ ਨੇ ਤੁਹਾਡੇ ਨਾ ਵਾਅਦੇ ਮੰਨੇ ਨਾ ਦਾਅਵਿਆਂ ਤੇ ਯਕੀਨ ਕੀਤਾ। ਇਸ ਤਰ੍ਹਾਂ ਪਹਿਲਾਂ ਸਾਡੀ ਸਰਕਾਰ ਸੀਗੀ ਉੱਥੇ, ਇਹ ਦੱਸੋ ਮੈਨੂੰ ਜਵਾਬ ਦਿਓ। ਨਹੀਂ ਸੀ ਨਾ, ਕਦੇ ਵੀ ਨਹੀਂ ਸੀ। ਔਰ ਸਾਡੀਆਂ ਕਿੰਨੀਆਂ ਸੀਟਾਂ ਸੀ? ਤਿੰਨ ਤੋਂ ਅਸੀਂ ਕਿੰਨੇ ਹੋ ਗਏ? 77। ਤੇ ਇਹ ਉਸ ਚੀਜ਼ ਨੂੰ ਤਾਂ ਗਿਣਦੇ ਨਹੀਂ ਕਿ ਸਾਡੀ ਲੀਡਰਸ਼ਿਪ ਦੀ ਵਜ੍ਹਾ ਕਰਕੇ ਔਰ ਸਾਡੇ ਜਿਹੜੇ ਵਰਕਰ ਉੱਥੇ ਅੱਜ ਵੀ ਇੱਕ ਵਰਕਰ ਦੀ ਹੱਤਿਆ ਕਰਤੀ, ਸਾਡੇ ਘਰਾਂ ਦੇ ਘਰ ਜਲਾਈ ਜਾਂਦੇ ਆ। ਇਹ TMC ਵਾਲੇ ਗੁੰਡੇ ਆ, ਇਹਨਾਂ ਦਾ ਆਉਣਾ ਕੋਈ ਦੇਸ਼ ਲਈ ਅੱਛੀ ਗੱਲ ਆ? ਤੇ ਮੈਂ ਇਹ ਸਮਝਦਾ ਕਿ ਇਹ ਬਦਕਿਸਮਤੀ ਆ ਬੰਗਾਲ ਦੀ ਕਿ ਜਿੱਥੇ ਇਹੋ ਜਿਹੀ ਸਰਕਾਰ ਦੁਬਾਰਾ ਆਈ ਹੈ। ਔਰ ਭਾਰਤੀ ਜਨਤਾ ਪਾਰਟੀ ਦੇ ਵਰਕਰ ਫਿਰ ਪਹਿਲਾਂ 140 ਸ਼ਹੀਦ ਕਰਤੇ ਸੀ, ਅੱਜ ਇੱਕ ਤੋਂ ਸ਼ੁਰੂਆਤ ਫਿਰ ਹੋ ਗਈ ਹੈ। 5 ਸਾਲਾਂ 'ਚ ਕੀ ਹੋਣਾ ਇਹ ਪਰਮਾਤਮਾ ਹੀ ਜਾਣਦਾ। ਤੇ ਮੈਂ ਇਹ ਸਮਝਦਾ ਕਿ ਰਾਜਨੀਤਿਕ ਆਤੰਕਵਾਦ ਜੈਸਾ ਫੈਲਾਇਆ ਜਾ ਰਿਹਾ ਤੇ ਉਸ ਦੀ ਪ੍ਰਸ਼ੰਸਾ ਕਰਨਾ ਵੀ ਅੱਛੀ ਗੱਲ ਨਹੀਂ ਹੈ। ਮਮਤਾ ਨੂੰ ਵੀ ਬਾਜ਼ ਆਉਣਾ ਚਾਹੀਦਾ ਤੇ ਇਹ ਸਾਰੀਆਂ ਚੀਜ਼ਾਂ ਦਾ ਸਾਹਮਣਾ ਉਹਨੂੰ ਵੀ ਕਰਨਾ ਪੈਣਾ। ਔਰ ਦੂਸਰੇ ਪਾਸੇ ਜਿਹੜੇ ਲੋਕ ਪਹਿਲਾਂ ਇਹ ਕਹਿੰਦੇ ਸੀ ਕਿ ਇਹ ਤਾਂ ਲੋਕਤੰਤਰ ਹੀ ਇੱਕ ਮਜ਼ਾਕ ਆ ਜੀ, ਇਹ EVM ਦੀ ਸਰਕਾਰ ਆ, ਮੇਰਾ ਖਿਆਲ ਉਹਨਾਂ ਨੂੰ ਵੀ ਉਹਨਾਂ ਦੀਆਂ ਗੱਲਾਂ ਦਾ ਜਵਾਬ ਮਿਲ ਗਿਆ ਤੇ ਹੁਣ ਤਾਂ ਉਹਨਾਂ ਨੂੰ ਵੀ ਬਾਜ਼ ਆਉਣਾ ਚਾਹੀਦਾ। ਸੰਵਿਧਾਨਿਕ ਸੰਸਥਾਵਾਂ ਤੋਂ ਵਿਸ਼ਵਾਸ ਉਠਾਉਂਦੇ ਆ ਔਰ ਡੈਮੋਕ੍ਰੇਸੀ 'ਚੋਂ ਵੀ ਵਿਸ਼ਵਾਸ ਉਠਾਉਂਦੇ ਆ ਲੋਕਾਂ ਦਾ, ਉਹ ਵੀ ਇੱਕ ਗੁਨਾਹਗਾਰ ਨੇ। ਉਹਨਾਂ ਨੂੰ ਵੀ ਸ਼ਰਮ ਮਹਿਸੂਸ ਕਰਨੀ ਚਾਹੀਦੀ ਆ ਔਰ ਅੱਗੇ ਤੋਂ ਬਾਜ਼ ਆਉਣਾ ਚਾਹੀਦਾ। ਗਰੇਵਾਲ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਸਾਡੀ ਉੱਥੇ ਸਰਕਾਰ ਨਹੀਂ ਸੀ, ਸਾਡੀ ਸੀਟਾਂ ਦੇ ਵਿੱਚ ਇਜ਼ਾਫਾ ਹੋਇਆ, ਲੇਕਿਨ ਦਾਅਵਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਅਮਿਤ ਸ਼ਾਹ, ਹੋਰ ਜਿਹੜੇ ਸੀਨੀਅਰ ਲੀਡਰ ਹੈ ਉਹ ਇਹੀ ਕਹਿੰਦੇ ਸੀ ਬੰਗਾਲ ਦੇ ਵਿੱਚ ਸਾਡੀ ਸਰਕਾਰ ਬਣੇਗੀ, ਦੀਦੀ ਦੀ ਸਰਕਾਰ ਤੇ ਹਵਾ ਹੋਗੀ। ਇਸ ਤਰ੍ਹਾਂ ਅੱਜ ਤੱਕ ਕੋਈ ਰਾਜਨੀਤਿਕ ਦਲ ਜਿਹੜਾ ਚੁਣਾਵ 'ਚ ਜਾਂਦਾ ਜਿਹੜਾ ਇਹ ਕਹਿੰਦਾ ਹੋਵੇ ਕਿ ਮੈਂ ਚੁਣਾਵ ਹਾਰਨ ਲਈ ਲੜ ਰਿਹਾ ਤੇ ਕੋਈ ਹੈਗਾ? ਮੈਨੂੰ ਉਹਦੀ ਐਗਜ਼ਾਮਪਲ ਦੇ ਦਿਓ। ਤੇ ਲੀਡਰ ਕੋਈ ਕਦੇ ਇਹ ਕਹਿੰਦਾ ਹੁੰਦਾ ਚੁਣਾਵ ਤੋਂ ਪਹਿਲਾਂ, ਰਿਜ਼ਲਟ ਤੋਂ ਪਹਿਲਾਂ, ਕਿ ਅਸੀਂ ਹਾਰ ਜਾਣਾ? ਤੇ ਆਪਣੇ ਵਰਕਰਸ ਨੂੰ ਇੱਕ ਤਾਂ ਉਹ 140 ਵਰਕਰ ਸ਼ਹੀਦ ਕਰਕੇ ਸਾਡੇ ਵਰਕਰਾਂ ਨੂੰ ਬਹੁਤ ਦਬਾਅ 'ਚ ਲਿਆਂਦਾ ਹੋਇਆ ਸੀ। ਦੂਸਰੇ ਪਾਸੇ ਸਾਡੀ ਲੀਡਰਸ਼ਿਪ ਇਹ ਕਹੇ ਕਿ ਅਸੀਂ ਚੁਣਾਵ ਨਹੀਂ ਜਿੱਤ ਰਹੇ, ਸਰਕਾਰ ਨਹੀਂ ਬਣ ਰਹੀ, ਤੇ ਉਹਨਾਂ ਨੂੰ ਹੋਰ ਡਿਪਰੈਸ਼ਨ 'ਚ ਲਿਆ ਦਈਏ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਕੋਈ ਪਾਰਟੀ ਕਰਦੀ ਹੈ ਕਦੇ? ਤੇ ਅਸੀਂ ਜੋ ਕੀਤਾ ਉੱਥੇ ਬਹੁਤ ਬਿਹਤਰ ਕੀਤਾ। ਔਰ ਸਾਡਾ ਹੁਣ ਜੇ ਅੱਗੇ ਨੂੰ ਸਾਡੀਆਂ ਇਦੋਂ ਸੀਟਾਂ ਘਟਣ ਤਦ ਕਹੋ। ਤੁਸੀਂ ਕਮਿਊਨਿਸਟ ਪਾਰਟੀ ਨੂੰ ਨਹੀਂ ਪੁੱਛਦੇ ਜਿਹੜੇ 19% ਤੋਂ 4% ਤੇ ਰਹਿ ਗਈ। ਤੁਸੀਂ ਕਾਂਗਰਸ ਨੂੰ ਨਹੀਂ ਪੁੱਛਦੇ ਕਿ ਜਿਨ੍ਹਾਂ ਦਾ ਕੋਈ ਵਜੂਦ ਹੀ ਖਤਮ ਹੀ ਹੋ ਗਿਆ, ਕਿਤੇ ਵੀ ਨਹੀਂ ਹੈਗੇ। ਤੇ ਸਾਡਾ ਤਾਂ ਇਜ਼ਾਫਾ ਹੋਇਆ, ਅਸੀਂ ਤਾਂ ਉਸ ਵੇਲੇ 10% ਵੋਟ ਲਏ ਸੀ ਤੇ ਅੱਜ ਸਾਡੇ 37% ਵੋਟ ਆਏ ਆ ਵਿਧਾਨ ਸਭਾ 'ਚ। ਤੇ ਇਸ ਕਰਕੇ ਔਰ ਫਿਰ ਮਮਤਾ ਬੈਨਰਜੀ ਖੁਦ ਚੁਣਾਵ ਹਾਰੀ ਹੈ ਔਰ ਉਹ ਨਹੀਂ ਉਹਨੂੰ ਕੋਈ ਪੁੱਛ ਰਿਹਾ। ਔਰ ਜਿਹੜੇ ਲੋਕ ਮੁਬਾਰਕਾਂ ਦੇ ਰਹੇ ਨੇ, ਸਭ ਕਰ ਰਹੇ ਨੇ, ਮੁਬਾਰਕਬਾਦ ਤਾਂ ਮੈਂ ਵੀ ਦਿੰਦਾ। ਡੈਮੋਕ੍ਰੇਸੀ 'ਚ ਸਾਰਾ ਜਿਹੜਾ ਜਿੱਤਦਾ ਹੈਗਾ, ਅਸੀਂ ਕੋਈ ਇੱਕ ਦੂਜੇ ਦੇ ਦੁਸ਼ਮਣ ਨਹੀਂ ਹੁੰਦੇ। ਤੇ ਉਹ ਚੁਣਾਵ ਜਿੱਤੇ ਨੇ, ਉਹਨਾਂ ਨੂੰ ਬਹੁਤ ਮੁਬਾਰਕਾਂ। ਅੱਛਾ ਕੰਮ ਕਰਨ, ਅੱਛੀਆਂ ਪਿਰਤਾਂ ਪਾਉਣ, ਅੱਛੀਆਂ ਪਰੰਪਰਾਵਾਂ ਪਾਉਣ ਡੈਮੋਕ੍ਰੇਸੀ 'ਚ। ਡੈਮੋਕ੍ਰੇਸੀ ਜਿਹੜੀ ਹੈ ਉਹ ਟ੍ਰੈਡੀਸ਼ਨ 'ਤੇ ਬੇਸ ਕਰਦੀ ਹੈ। ਜਿਹੜਾ ਮਰਨ ਮਾਰਨ ਵਾਲਾ ਕੰਮ ਸ਼ੁਰੂ ਕੀਤਾ ਹੋਇਆ ਨਾ, ਇਹ ਵੀ ਇੱਕ ਅੱਛੀ ਟ੍ਰੈਡੀਸ਼ਨ ਨਹੀਂ ਪੈ ਰਹੀ। ਇਸ ਲਈ ਉਸ ਤੋਂ ਬਾਅਦ ਆ ਕੇ ਔਰ ਜਿਹੜੇ ਆ ਹਿਊਮਨ ਰਾਈਟਸ ਐਕਟੀਵਿਸਟ ਨੇ ਤੇ ਉਹ ਅੱਜ ਕਿੱਥੇ ਗਏ ਹੋਏ ਨੇ, ਮੈਨੂੰ ਤਾਂ ਉਹਨਾਂ ਦੀ ਵੀ ਸਮਝ ਨਹੀਂ ਆਉਂਦੀ। ਔਰ ਬੜੀਆਂ ਅਜੀਬ ਗੱਲਾਂ ਕਰਦੇ ਨੇ। ਇਹ ਸਾਰੇ ਪਾਰਟ ਆਫ ਦਾ ਕਮਿਊਨਿਸਟ ਸੀਗੇ ਤੇ ਉਹ ਉਹੀ ਗੱਲਾਂ ਕਰਨ ਲੱਗੇ ਹੋਏ ਆ BJP ਦੇ ਖਿਲਾਫ। ਅਸਲ 'ਚ ਦੇਸ਼ 'ਚ ਹੁਣ ਇੱਕ ਵਿਚਾਰਧਾਰਕ ਲੜਾਈ ਸ਼ੁਰੂ ਹੋ ਗਈ ਹੈ। ਆਉਣ ਵਾਲੇ ਸਮੇਂ 'ਚ ਇਹਦਾ ਜ਼ਰੂਰ ਜਨਤਾ ਹਿਸਾਬ ਲਊਗੀ, ਐਸੀ ਕੋਈ ਗੱਲ ਨਹੀਂ। ਗਰੇਵਾਲ ਸਾਹਿਬ, ਤੁਸੀਂ ਕਹਿ ਰਹੇ ਹੋਰਾਂ ਨੂੰ ਨਹੀਂ ਪੁੱਛ ਰਹੇ, ਲੇਕਿਨ ਤੁਹਾਡੇ ਦਾਅਵੇ ਸੀ, ਤੁਹਾਡੇ ਪ੍ਰਧਾਨ ਮੰਤਰੀ ਉੱਥੇ ਜਾਂਦੇ ਨੇ, BJP ਦੇ ਸੀਨੀਅਰ ਲੀਡਰ ਉੱਥੇ ਜਾਂਦੇ ਨੇ, ਤਾਬੜਤੋੜ ਰੈਲੀਆਂ ਹੁੰਦੀਆਂ ਨੇ। ਔਰ ਰੈਲੀਆਂ ਜਿਸ ਢੰਗ ਦੀਆਂ ਸੀ, ਉੱਥੇ ਜਿਹੜੀ ਭੀੜ ਵਿਖਾਈ ਜਾਂਦੀ ਹੈ ਕਿ ਭੀੜ ਬਹੁਤ ਹੋ ਗਈ। ਹੁਣ TMC ਨੂੰ ਕੋਈ ਪੁੱਛਣ ਵਾਲਾ ਨਹੀਂ ਹੈ, ਮਮਤਾ ਬੈਨਰਜੀ ਸਰਕਾਰ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਇਹ ਵੀ ਕਿਹਾ ਗਿਆ ਉੱਥੇ ਕਿ BJP ਨੇ ਸਾਮ ਦਾਮ
ਡੰਡ ਔਰ ਭੇਦ ਆ ਚਾਰੋਂ ਮੈਥਡ ਵੀ ਇਖਤਿਆਰ ਕਰਕੇ ਵੇਖ ਲਏ, ਲੇਕਿਨ ਫਿਰ ਵੀ ਆਪਣੀ ਸਰਕਾਰ ਨਹੀਂ ਬਣਾ ਪਾਏ। ਬਈ ਜਦੋਂ ਕੋਈ ਯੁੱਧ ਚੱਲਦਾ ਤਾਂ ਉਹਦੇ 'ਚ ਸਾਰੀਆਂ ਚੀਜ਼ਾਂ ਹੀ ਜਾਇਜ਼ ਹੁੰਦੀਆਂ ਨੇ। ਇਹ ਤਾਂ ਕੋਈ ਇਹ ਗੁਨਾਹ ਕਰਤਾ ਅਸੀਂ ਕਿ ਅਸੀਂ ਰੈਲੀਆਂ ਕੀਤੀਆਂ, ਸਾਰੀਆਂ ਪਾਰਟੀਆਂ ਰੈਲੀਆਂ ਕਰਦੀਆਂ, ਸਾਰੇ ਪ੍ਰਧਾਨ ਮੰਤਰੀ ਆਪਦੀ ਪਾਰਟੀ ਲਈ ਰੈਲੀ ਕਰਦੇ ਹੁੰਦੇ ਆ, ਤੇ ਉਹ ਸਾਡੇ ਦੁਨੀਆ ਦੇ ਸਭ ਤੋਂ ਤਾਕਤਵਰ ਲੀਡਰ ਨੇ, ਸਾਨੂੰ ਉਹਨਾਂ ਦੇ ਫਖਰ ਆ, ਸਾਡੇ ਲਈ ਕਰਨਗੇ ਨਹੀਂ। ਤੇ ਇਹ ਸਾਡੀ ਪਾਰਟੀ ਦੀ ਵਜ੍ਹਾ ਕਰਕੇ ਹੀ ਹੈ ਨਾ ਸਰਕਾਰ। ਤੇ ਇਸ ਲਈ ਮੈਂ ਜਿਹੜਾ ਸਮਝਦਾ ਇਸ ਨੂੰ ਕੋਈ ਗੁਨਾਹ ਨਹੀਂ ਸਮਝਿਆ ਜਾਣਾ ਚਾਹੀਦਾ, ਇਹ ਤਾਂ ਇੱਕ ਵਰਦਾਨ ਆ ਸਾਡੇ ਲਈ। ਠੀਕ ਹੈ, ਤਾਕਤਵਰ ਲੀਡਰਾਂ ਦਾ ਜਾਦੂ ਨਹੀਂ ਚੱਲਿਆ। ਕਹਿੰਦੇ ਜਿੱਥੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂਦੇ ਨੇ, ਅਮਿਤ ਸ਼ਾਹ ਜਾਂਦੇ ਨੇ, ਜਾਦੂ ਚੱਲਦਾ ਹੈ, ਸਰਕਾਰ ਬਣਾ ਕੇ ਵਾਪਸ ਆਉਂਦੇ ਨੇ, ਲੇਕਿਨ ਇੱਥੇ ਜਾਦੂ ਚੱਲਦਾ ਨਜ਼ਰ ਨਹੀਂ ਆਇਆ। ਕੀ ਕਾਰਨ ਮੰਨਦੇ ਉਸ ਦਾ? ਬਈ 3 ਤੋਂ ਕਿੱਥੇ ਤੱਕ ਚਲੇ ਜਾਂਦੇ ਅਸੀਂ। ਹੁਣ ਜੇ ਅਗਲੀ ਵਾਰ ਕੋਈ ਸਾਡੀ ਕਮੀ ਰਹਿ ਜੇ ਤਦ ਸਾਨੂੰ ਕਹਿਣਾ। ਸਾਡਾ ਤਾਂ ਕੈਡਰ ਬੇਸਡ ਆਰਗੇਨਾਈਜੇਸ਼ਨ ਆ, ਕੈਡਰ ਦਾ ਨਿਰਮਾਣ ਕਰਾਂਗੇ। ਬਾਕੀ ਜਗ੍ਹਾ ਵੀ ਜਿੱਥੇ ਜਿੱਥੇ ਅਸੀਂ ਵਿਧਾਨ ਸਭਾ ਜਿੱਤੇ ਆ ਉੱਥੇ ਤਾਂ ਮਜ਼ਬੂਤ ਹੋਣਾ ਹੀ ਆ, ਬਾਕੀ ਜਗ੍ਹਾ ਵੀ ਮਜ਼ਬੂਤੀ ਲਿਆਵਾਂਗੇ, ਸਾਡੀ ਪਾਰਟੀ ਦੀ ਵਿਚਾਰਧਾਰਾ ਲਿਆਵਾਂਗੇ ਔਰ ਉਸ ਤੋਂ ਬਾਅਦ ਮੁਕਾਬਲਾ ਕਰਾਂਗੇ। ਹੁਣ ਐਗਜ਼ਾਮਪਲ ਦਿੱਤਾ ਜਾ ਰਿਹਾ ਹੈ, ਕਹਿੰਦੇ ਬੰਗਾਲ ਤੇ ਹਜੇ ਇੱਕ ਝਾਂਕੀ ਹੈ, ਪੰਜਾਬ ਹਜੇ ਬਾਕੀ ਹੈ। ਹੁਣ ਇਹ ਗੱਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਕਿ ਪੰਜਾਬ ਦੇ ਵਿੱਚ ਵੀ ਆਹੀ ਸ਼ਿਕਸਤ ਬੀਜੇਪੀ ਨੂੰ ਝੇਲਣੀ ਪੈਣੀ ਜਿਹੜੀ ਬੰਗਾਲ ਦੇ ਵਿੱਚ ਮਿਲੀ। ਪੰਜਾਬ 'ਚ ਸਾਡੀ ਸਰਕਾਰ ਕਿੰਨੀਆਂ ਸੀਟਾਂ ਨੇ? 117 ਚੋਂ ਕਿੰਨੀਆਂ ਨੇ? 2। ਠੀਕ ਹੈ, ਤੇ ਉਸ ਤੋਂ ਬਾਅਦ ਇਹ ਕਹਿਣਾ ਕਿ ਬਈ ਪੰਜਾਬ ਅਜੇ ਬਾਕੀ ਆ। ਪੰਜਾਬ 'ਚ ਬਾਕੀ ਕੀ ਹੈ? ਪੰਜਾਬ 'ਚ ਤਾਂ ਜੋ ਵੀ ਅਸੀਂ ਪਾਵਾਂਗੇ ਉਹ ਸਾਡੀ ਪ੍ਰਾਪਤੀ ਹੋਊਗੀ। ਠੀਕ ਹੈ, ਸਾਡੇ ਕੋਲ ਤਾਂ ਖੋਣ ਨੂੰ ਹੀ ਕੁਝ ਨਹੀਂ ਇੱਥੇ। ਜਿਨ੍ਹਾਂ ਕੋਲ ਖੋਣ ਨੂੰ ਆ ਨਾ ਉਹ ਆਪਣਾ ਆਪਣਾ ਧਿਆਨ ਕਰ ਲੈਣ। ਠੀਕ ਹੈ, ਇਹ ਜਿਹੜੀਆਂ ਪਰਿਵਾਰਿਕ ਪਾਰਟੀਆਂ ਨੇ ਉਹਨਾਂ ਨੇ ਖਤਮ ਹੋਣਾ, ਅਸੀਂ ਨਹੀਂ ਖਤਮ ਹੋਣ ਜਾ ਰਹੇ, ਅਸੀਂ ਤਾਂ ਇੱਥੇ ਆਉਣ ਜਾ ਰਹੇ ਹਾਂ। ਤੇ ਬਹੁਤ ਮਜ਼ਬੂਤ ਰਾਜਨੀਤਿਕ ਧਿਰ ਹੋਵਾਂਗੇ ਅਸੀਂ, ਔਰ ਬੰਗਾਲ 'ਚ ਵੀ ਅਸੀਂ ਅੱਜ ਮਜ਼ਬੂਤ ਰਾਜਨੀਤਿਕ ਧਿਰ। ਬਈ ਵਿਰੋਧੀ ਧਿਰ ਦਾ ਵੀ ਕੰਮ ਕਰਨ ਦਾ ਲੋਕਾਂ ਨੇ ਸਾਨੂੰ ਮੌਕਾ ਦਿੱਤਾ। ਜਿੱਥੇ ਲੋਕਤੰਤਰ 'ਚ ਸੱਤਾ ਧਿਰ ਜ਼ਰੂਰੀ ਹੁੰਦੀ ਹੈ ਉੱਥੇ ਮਜ਼ਬੂਤ ਵਿਰੋਧੀ ਧਿਰ ਵੀ ਜ਼ਰੂਰੀ ਹੁੰਦੀ ਹੈ। ਅਸੀਂ ਮਜ਼ਬੂਤ ਵਿਰੋਧੀ ਧਿਰ ਦਾ ਪੂਰਾ ਰੋਲ ਅਦਾ ਕਰਾਂਗੇ ਉੱਥੇ, ਔਰ ਇਸ ਵਾਰ ਦੇਖਣਾ ਪਤਾ ਲੱਗੂ ਮਮਤਾ ਨੂੰ ਕਿ ਵਿਰੋਧ 'ਚ ਵੀ ਕੁਛ ਹੁੰਦਾ। ਵਿਰੋਧ ਦੇ ਵਿੱਚ ਤੇ ਹੁੰਦਾ, ਲੇਕਿਨ ਤੁਹਾਡਾ ਜਿਹੜਾ ਵਿਰੋਧ ਹੋਇਆ ਉੱਥੇ ਕਿਸਾਨਾਂ ਨੇ ਜਿਸ ਢੰਗ ਦੇ ਨਾਲ ਬੀਜੇਪੀ ਦੀ ਖਿਲਾਫਤ ਕੀਤੀ, ਲੱਗਦਾ ਉਸ ਦਾ ਖਾਮਿਆਜ਼ਾ ਭੁਗਤਣਾ ਪਿਆ। ਯਾਰ ਕਿਉਂ ਐਵੇਂ ਸਿਰ ਚੜਾਈ ਜਾਂਦੇ? ਉਹਨਾਂ ਨੂੰ ਕੌਣ ਪੁੱਛਦਾ ਉੱਥੇ? ਨਾ ਇਹਨਾਂ ਦਾ ਕਲਚਰ ਉੱਥੇ, ਨਾ ਭਾਸ਼ਾ ਉੱਥੇ, ਕੋਈ ਗੱਲ ਆ ਇਹ? ਐਵੇਂ ਹੀ ਬਿਨਾਂ ਗੱਲਬਾਤ ਤੋਂ ਹਵਾ ਦੇਈ ਜਾਣੀ। ਇਹ ਕਿਹੜੀ ਗੱਲ ਆ? ਕੀ ਕਰ ਲੈਣਗੇ ਉੱਥੇ? ਤਾਂ ਪੰਜਾਬ 'ਚ ਇਹਨਾਂ ਦੀਆਂ ਆਪਦੀਆਂ ਜ਼ਮਾਨਤਾਂ ਜ਼ਬਤ ਹੋ ਜਾਂਦੀਆਂ। ਉਹ ਚਲੂਨੀ ਲੜਿਆ ਹਰਿਆਣੇ 'ਚ, ਉਹਦੀ ਘਰ ਵਾਲੀ ਲੜੀ, ਦੋਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਰਾਜੇਵਾਲ ਉਹਨਾਂ ਦੀ ਕੀ ਦੁਰਦਸ਼ਾ ਹੋਈ ਸੀ। ਬਾਕੀਆਂ ਦੀ ਹੁਣ ਅੱਗੇ ਵੀ ਸਿਆਸੀ ਪਾਰਟੀ ਬਣਾਉਣੀ ਆ ਜਾਣ, ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਨੇ। ਇਹਨਾਂ ਨੂੰ ਕੌਣ ਪੁੱਛਦਾ? ਐਵੇਂ ਯਾਰ ਤੁਸੀਂ ਇਹ ਨਾ ਕਰਿਆ ਕਰੋ। ਅਸੀਂ ਤਾਂ ਉਹ ਜਿਹੜਾ ਸਧਾਰਨ ਕਿਸਾਨ ਸੜਕਾਂ 'ਤੇ ਬੈਠਾ, ਇਹ ਕਿਸਾਨ ਲੀਡਰਾਂ ਦੀ ਗੱਲ ਭੁੱਲ ਜਾਓ, ਉਹ ਸਧਾਰਨ ਕਿਸਾਨ ਦੀ ਰਿਸਪੈਕਟ ਕਰਦੇ ਆ ਕਿ ਉਹਦੀ ਇੱਜ਼ਤ ਹੋਣੀ ਚਾਹੀਦੀ ਹੈ। ਮੋਦੀ ਜੀ ਕਹਿੰਦੇ ਵੀ ਉਹਦੀ ਗੱਲ ਆਪਾਂ ਸੁਣਨੀ ਹੈ, ਨਾ ਕਿ ਇਹਨਾਂ ਕਿਸਾਨ ਲੀਡਰਾਂ ਦੀ। ਇਹ ਤਾਂ ਸਿਆਸਤ ਕਰਦੇ ਫਿਰਦੇ। ਉੱਥੇ ਬੰਗਾਲ 'ਚ ਕਿਸਾਨ ਦਾ ਭਲਾ ਹੋ ਰਿਹਾ ਸੀ ਤੇ ਅਸਾਮ 'ਚ ਕਿਸਾਨ ਦਾ ਭਲਾ ਹੋ ਰਿਹਾ ਸੀ, ਔਰ ਤੁਸੀਂ ਬੰਗਾਲ ਕਰੀ ਜਾਂਦੇ ਹੋ। ਅਸਾਮ 'ਚ ਅਸੀਂ ਜਿੱਤੇ ਹਾਂ, ਪੌਂਡੀਚੇਰੀ 'ਚ ਅਸੀਂ ਜਿੱਤੇ ਹਾਂ, ਸਭ ਜਗ੍ਹਾ ਸਾਡੀਆਂ ਵੋਟਾਂ 'ਚ ਇਜ਼ਾਫਾ ਹੋਇਆ 5 ਰਾਜਾਂ 'ਚ, ਤੇ ਉੱਥੋਂ ਦੀ ਕੋਈ ਗੱਲ ਹੀ ਨਹੀਂ ਕਰਦੇ ਤੁਸੀਂ। ਇੱਥੇ ਵੀ ਸਾਨੂੰ ਕਹੀ ਜਾਂਦੇ ਹੋ ਹਾਰ ਗਏ। ਇੱਥੇ ਕਿੱਥੇ ਆ ਰਹੇ ਹਾਂ ਅਸੀਂ ਤਾਂ ਜਿੰਨਾ ਵੀ ਪ੍ਰਾਪਤੀ ਕੀਤੀ ਹੈ, ਜਿੰਨੀ ਕੀਤੀ ਆ, ਇਹ ਨਹੀਂ ਕਹਿੰਦੇ ਵੀ 3 ਤੋਂ ਤੁਸੀਂ 77 ਚਲੇ ਗਏ, ਇਹ ਬਹੁਤ ਅੱਛਾ ਹੋਇਆ। ਤੇ ਉਲਟਾ ਨਵਾਂ ਇੱਕ ਇੱਥੇ ਛੱਡੀ ਜਾਂਦੇ ਹੋ। ਇਹ ਅਸਲ 'ਚ ਕੀ ਹੈ ਕਿ ਹੁਣ ਪੰਜਾਬ ਦੀ ਜਿਹੜੀ ਚੁਣਾਵ ਆ ਨਾ ਉਹ ਸ਼ੁਰੂ ਹੋ ਗਿਆ, ਤੇ ਉਹਦੇ ਲਈ ਇਹ ਪੈਸਾ ਲੱਗ ਰਿਹਾ, ਇਹ ਜਿਹੜਾ ਬਿਠਾਇਆ ਹੋਇਆ ਇੱਥੇ ਪ੍ਰਸ਼ਾਂਤ ਕਿਸ਼ੋਰ, ਤੇ ਉਹ ਇਹ ਸਾਰੀਆਂ ਚੀਜ਼ਾਂ ਸਿਖਾਉਂਦਾ। ਔਰ ਮੀਡੀਆ ਜਿਹੜਾ ਹੈਗਾ ਵਿਦੇਸ਼ੀ ਪੈਸਾ ਲੱਗਿਆ ਹੋਇਆ। 84% ਦੇਸ਼ ਦੇ ਮੀਡੀਆ 'ਚ ਵਿਦੇਸ਼ੀ ਪੈਸਾ, ਔਰ ਵਿਦੇਸ਼ਾਂ 'ਚ ਵੀ ਮੀਡੀਆ ਸਾਡੇ ਖਿਲਾਫ ਲੱਗਿਆ ਹੋਇਆ, ਇੱਥੇ ਵੀ, ਕਿਉਂਕਿ ਉਹ ਪ੍ਰਧਾਨ ਮੰਤਰੀ ਜੀ ਦਾ ਤੇ ਸਰਕਾਰ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਆ। ਜਦੋਂ ਕਹਿੰਦੇ ਮੀਡੀਆ ਤੁਹਾਡੇ ਖਿਲਾਫ ਲੱਗਿਆ, ਲੇਕਿਨ ਇੱਕ ਤਬਕਾ ਇਹੋ ਜਿਹਾ ਹੈ ਜਿਹੜਾ ਕਹਿੰਦਾ ਕਿ ਮੀਡੀਆ ਸਰਕਾਰ ਲਈ ਕੰਮ ਕਰ ਰਿਹਾ। ਉਹਨਾਂ ਨੇ ਤੇ ਮੀਡੀਆ ਨੂੰ ਨਾ ਵੀ ਗੋਦੀ ਮੀਡੀਆ ਦਾ ਦਿੱਤਾ। ਇਹ ਤਾਂ ਉਹ ਮਾਓਵਾਦੀ, ਕਮਿਊਨਿਸਟ ਤੇ ਇਹ ਜਿਹੜੇ ਗਰਮ ਖਿਆਲੀਏ ਨੇ, ਇਹ ਮਿਲ ਕੇ ਇਹਨਾਂ ਦਾ ਨੈਕਸਸ ਆ। ਜਿਹੜੇ ਥੋੜ੍ਹੇ ਬਹੁਤ ਠੀਕ ਮੀਡੀਆ ਉਹਨੂੰ ਗੋਦੀ ਮੀਡੀਆ ਕਹਿ ਕੇ ਡਰਾਉਣਾ, ਧਮਕਾਉਣਾ, ਉਹਨਾਂ ਦੀ ਮਾਰ ਕੁਟਾਈ ਕਰਨੀ, ਉਹਨਾਂ ਨੂੰ ਬੇਇੱਜ਼ਤ ਕਰਨਾ, ਉਹ ਕਰਦੇ ਆ। ਅਸੀਂ ਨਹੀਂ ਕਰਦੇ, ਸਾਡੀ ਵਿਚਾਰਧਾਰਾ ਇਹ ਨਹੀਂ ਹੈ। ਪਰ ਅਸੀਂ ਉਹਨਾਂ ਤੋਂ ਡਰਦੇ ਨਹੀਂ ਹੈਗੇ। ਇਹ ਜਿਹੜੇ ਬਦਮਾਸ਼ ਨੇ ਇਹਨਾਂ ਤੋਂ ਨਹੀਂ ਡਰਦੇ, ਇਹਨਾਂ ਦੇ ਸਾਹਮਣੇ ਖੜੇ ਆ ਡਟ ਕੇ, ਔਰ ਦੇਖਣਾ ਪੰਜਾਬ 'ਚ ਵੀ ਖੜੇ ਹੋਵਾਂਗੇ। ਪੰਜਾਬ ਦੇ ਵਿੱਚ ਹੁਣ ਮਜ਼ਬੂਤੀ ਨਾਲ ਚੋਣ ਲੜ ਪਾਏਗੀ ਬੀਜੇਪੀ, ਜਾਂ ਬੰਗਾਲ ਦੇ ਨਤੀਜੇ ਇੱਥੇ ਕਿਤੇ ਨਾ ਕਿਤੇ ਥੋੜਾ ਬਹੁਤ ਪ੍ਰਭਾਵ ਪਾਉਣਗੇ? ਤੁਸੀਂ ਅਜੇ ਤੱਕ ਬੀਜੇਪੀ ਨੂੰ ਸਮਝੇ ਹੀ ਨਹੀਂ। ਬੀਜੇਪੀ ਹਰ ਚੁਣਾਵ ਮਜ਼ਬੂਤੀ ਨਾਲ ਲੜਦੀ ਹੈ। ਜਦੋਂ ਭਾਰਤੀ ਜਨਸੰਘ ਸੀ, ਅਸੀਂ ਉਦੋਂ 500 ਤੇ 1000 ਵੋਟ ਲੈਣ ਲਈ, ਜ਼ਮਾਨਤ ਜ਼ਬਤ ਕਰਾਉਣ ਲਈ ਲੜਦੇ ਸੀ, ਪਰ ਮਜ਼ਬੂਤੀ ਨਾਲ ਲੜਦੇ ਸੀ। ਜੇ ਉਦੋਂ ਮਜ਼ਬੂਤੀ ਨਾਲ ਨਾ ਲੜਦੇ ਤਾਂ ਅੱਜ ਸਰਕਾਰ ਬਣਾਉਣ ਲਈ ਵੀ ਨਾ ਲੜਦੇ। ਇਸ ਕਰਕੇ ਬੀਜੇਪੀ ਹਰ ਚੁਣਾਵ ਨੂੰ ਗੰਭੀਰਤਾ ਨਾਲ ਲੈਂਦੀ ਹੈ,
ਸਾਡਾ ਸੰਗਠਨ ਕੈਡਰ ਬੇਸਡ ਕਮ ਮਾਸ ਬੇਸਡ ਆਰਗੇਨਾਈਜੇਸ਼ਨ, ਸੰਗਠਨਾਤਮਕ ਤਰੀਕੇ ਨਾਲ ਅਸੀਂ ਚੁਣਾਵ ਲੜਦੇ ਹਾਂ। ਤਿਆਰੀ ਵੀ ਉਹਦੀ ਗੰਭੀਰਤਾ ਨਾਲ ਹੀ ਕਰਦੇ ਹਾਂ, ਚਾਹੇ ਅਸੀਂ ਜਿੱਤਣਾ ਹੋਵੇ ਜਾਂ ਹਾਰਨਾ ਹੋਵੇ, ਸਾਡੇ ਤੇ ਕੋਈ ਫਰਕ ਨਹੀਂ ਪੈਂਦਾ। ਅਸੀਂ 200 ਸੀ ਤਾਂ ਵੀ ਗੰਭੀਰਤਾ ਨਾਲ ਲੜਦੇ ਸੀ, ਅਸੀਂ 2 ਸੀ ਤਾਂ ਵੀ ਗੰਭੀਰਤਾ ਨਾਲ ਲੜਦੇ ਸੀ, ਹੁਣ ਅਸੀਂ 200 ਤੋਂ ਵੀ ਉੱਪਰ ਵੱਧ ਗਏ ਹਾਂ, ਪੂਰਨ ਬਹੁਮਤ ਹੋ ਗਿਆ ਤਾਂ ਵੀ ਗੰਭੀਰਤਾ ਨਾਲ ਲੜਦੇ ਹਾਂ, ਅੱਗੇ 400 ਹੋਣਾ ਤਾਂ ਵੀ ਗੰਭੀਰਤਾ ਨਾਲ ਲੜਾਂਗੇ। ਐਸੀ ਕੋਈ ਗੱਲ ਨਹੀਂ। ਚਲੋ, ਸਿੱਧੇ ਤੌਰ ਤੇ ਇੱਥੇ ਵੀ ਦਾਅਵਾ ਕੀਤਾ ਜਾ ਰਿਹਾ ਕਿ ਗੰਭੀਰਤਾ ਨਾਲ ਪੰਜਾਬ ਦੀ ਚੋਣ ਜਿਹੜੀ ਆਉਣ ਵਾਲੀ ਹੈ ਉਹ ਬੀਜੇਪੀ ਲੜਦੀ ਨਜ਼ਰ ਆਏਗੀ, ਲੇਕਿਨ ਇੱਥੋਂ ਦੇ ਨਤੀਜੇ ਦੱਸਣਗੇ ਕਿ ਬੀਜੇਪੀ ਦੀ ਗੰਭੀਰਤਾ ਨੂੰ ਇੱਥੋਂ ਦੀ ਜਨਤਾ ਕੀ ਜਵਾਬ ਦਿੰਦੀ ਹੋਈ ਨਜ਼ਰ ਆਉਂਦੀ ਹੈ। ਕੈਮਰਾਮੈਨ ਵਿਕਾਸ ਦੇ ਨਾਲ ਵਿਨੀਤ ਕਪੂਰ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।